ਕੀ ਮਸਲਾ ਸੀਗਾ ਜੀ? ਕੌਣ ਉਹ ਸ਼ਖਸ ਹੈ ਔਰ ਕੀ ਕੀਤਾ ਗਿਆ ਉਸ ਸ਼ਖਸ ਦੇ ਵੱਲੋਂ ਅਮਰੀਕਾ ਦੇ? ਉਹਨੇ ਅਮਰੀਕਾ ਦੇ ਵਿੱਚ ਇਹ ਸਰੂਪ ਪਵਿੱਤਰ ਸਰੂਪ ਛਾਪ ਕੇ ਇੰਟਰਨੈਟ ਤੇ ਪਾ ਦਿੱਤਾ। ਉਹਦੇ ਵਿੱਚ ਬੇਅੰਤ ਹੀ ਗਲਤੀਆਂ ਆ। ਪਵਿੱਤਰ ਗੁਰਬਾਣੀ ਨੂੰ ਕੱਟ ਵੱਢ ਕਰਨੀ, ਕੋਈ ਅੱਖਰ ਵਾਧੇ ਘਾਟੇ ਕਰਨੇ, ਇਹ ਗੁਰੂ ਦੇ ਅੰਗਾਂ ਦੇ ਨਾਲ ਇੱਕ ਬਹੁਤ ਵੱਡਾ, ਮੈਂ ਸਮਝਦਾ, ਉਹਨੇ ਕੋਝਾ ਯਤਨ ਕੀਤਾ। ਇੱਕ ਹੋਰ ਸ਼ਖਸ ਉਹਨੇ ਵੀ ਪਵਿੱਤਰ ਗੁਰਬਾਣੀ ਦੀਆਂ ਪੰਕਤੀਆਂ ਲਿਖ ਕੇ ਥੱਲੇ ਆਪ ਉਹਦੇ ਨਾਲ ਪੰਕਤੀਆਂ ਐਡ ਕਰ ਦਿੱਤੀਆਂ, ਕਿਤੇ ਕੰਨਾ ਲਾਤਾ, ਕਿਤੇ ਔਂਕੜ ਲਾਤਾ, ਕਿਤੇ ਹੋਰ ਲਾਤਾ। ਭਾਈ ਬਲਵੰਤ ਸਿੰਘ ਰਾਜੋਹਾਣਾ ਦੇ ਮਾਮਲੇ ਦੇ ਵਿੱਚ ਜਿਹੜੀ ਰਹਿਮਤੀ ਜਿਹੜੀ ਹੈ ਪਟੀਸ਼ਨ ਹੈ, ਉਹਦੇ ਉੱਤੇ ਸੁਪਰੀਮ ਕੋਰਟ ਦੇ ਵੱਲੋਂ ਕੇਂਦਰ ਸਰਕਾਰ ਨੂੰ ਕਿਹਾ ਗਿਆ ਵੀ ਜਿਹੜਾ ਅਪ੍ਰੈਲ ਦੇ ਵਿੱਚ ਜਿਹੜਾ ਉਹ ਜਲਦ ਕੋਈ ਫੈਸਲਾ ਲਵੇ। ਉਹਨਾਂ ਦੀ ਜਿਹੜੀ ਸਜ਼ਾ ਸੀਗੀ ਉਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ 555ਵੇਂ ਤੇ ਮਾਫ ਕਰਤੀ। ਕੁਝ ਹੋਰ ਵੀ ਸਾਡੇ ਜਿਹੜੇ ਸਿੱਖ ਨੌਜਵਾਨ ਉਹ ਕੀਤੀ ਸੀ, ਤੇ ਅਸੀਂ ਤਾਂ ਕੋਰਟਾਂ ਤੋਂ ਹੀ ਆਸ ਰੱਖਦੇ ਹਾਂ, ਕਿਉਂਕਿ ਉਹਨਾਂ ਨੇ 2-3 ਵਾਰੀ ਸਖਤੀ ਦੇ ਨਾਲ ਇਹਨਾਂ ਨੂੰ ਕਿਹਾ ਵੀ ਇਹਨਾਂ ਦਾ ਜਿਹੜਾ ਹੀ ਆ ਇਹ ਛੇਤੀ ਤੋਂ ਛੇਤੀ ਜਿਹੜੀ ਆ ਡਿਸਪੋਜ਼ ਆਫ ਕਰੋ ਇਹਨਾਂ ਦੀ ਜਿਹੜੀ ਪਟੀਸ਼ਨ ਆ। ਕਿੱਥੇ ਕੁ ਪੇਚ ਫਸਦਾ ਹੈ? ਜਾਂ ਹੁਣ ਜੇ ਸੁਪਰੀਮ ਕੋਰਟ ਨੇ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕੇਂਦਰ ਨੂੰ ਕੁਝ ਗੱਲਾਂ ਜਿਹੜੀਆਂ ਉਹ ਸੁਪਰੀਮ ਕੋਰਟ ਨੇ ਕਹੀਆਂ ਇਹਨਾਂ ਨੂੰ ਵੀ ਜਿਹੜੇ ਇਹਦੇ ਬਾਰੇ ਤੁਸੀਂ ਕੋਈ ਫੈਸਲਾ ਤਾਂ ਲਓ ਨਾ। ਤਾਂ ਕੇਂਦਰ ਨੂੰ ਵੀ ਇਨੀਸ਼ੀਏਟਿਵ ਹੁਣ ਲੈਣਾ ਚਾਹੀਦਾ, ਜਦੋਂ ਸਾਰੇ ਪਾਸੇ ਜੋ ਮਾਨਯੋਗ ਸੁਪਰੀਮ ਕੋਰਟ ਨੇ ਕਹਿ ਦਿੱਤਾ। ਸੁਪਰੀਮ ਕੋਰਟ ਇੱਕ ਵਾਰੀ, 2 ਵਾਰੀ, 3 ਵਾਰੀ, ਫਿਰ ਜਿੱਦਾਂ ਸੁਪਰੀਮ ਕੋਰਟ ਕਹਿੰਦੀ ਹੁੰਦੀ ਆ ਫਿਰ ਉਵੇਂ ਦਾ ਕੜਕਦਾ ਆਰਡਰ ਹੋਊਗਾ, ਫਿਰ ਵੀ ਨਹੀਂ ਕਰਨਾ ਹੀ। ਪ੍ਰਕਾਸ਼ ਸਿੰਘ ਬਾਦਲ ਹੋਣਾ ਦਾ ਬਿਆਨ ਆਉਂਦਾ ਪਿਛਲੇ ਦਿਨੀ, ਮੈਨੂੰ ਲੱਗਦਾ ਕੱਲ੍ਹ ਦਾ ਹੀ ਬਿਆਨ ਹੈ ਵੀ ਆਮ ਆਦਮੀ ਪਾਰਟੀ SGPC ਦੇ ਉੱਤੇ ਵੀ ਹੁਣ ਕਬਜ਼ਾ ਕਰਨਾ ਚਾਹੁੰਦੀ। ਮੈਂ ਜਿਆਦਾ ਪ੍ਰਧਾਨ ਬਣਿਆ, ਮੈਨੂੰ ਪਹਿਲਾਂ ਹੀ ਇਹ ਗੱਲ ਖੁੜਕਦੀ ਸੀ ਕਿ ਇਹ ਜਿਹੜੀ ਆਮ ਪਾਰਟੀ ਆ, ਇਹ ਇੱਕ ਪਾਰਟੀ ਦੀ ਡੁਪਲੀਕੇਟ ਕਾਪੀ ਆ। ਅਸੀਂ ਲੋਕਾਂ ਨੂੰ ਇਹ ਕਹਿੰਦੇ ਰਹੇ ਵੀ ਇਹਨਾਂ ਨੇ ਪੰਜਾਬ ਦੇ ਹਿੱਤਾਂ ਦੇ ਕੋਈ ਗੱਲ ਨਹੀਂ ਕਰਨੀ, ਪਰ ਉਹ ਜਿਹੜੀ ਸਾਡੀ ਗੱਲ ਸੀ ਉਹ ਹੁਣ ਸੱਚੀ ਹੋ ਗਈ। ਜਿਹੜੇ ਰਾਜ ਸਭਾ ਦੀਆਂ ਮੈਂਬਰੀਆਂ ਆਉਣੀਆਂ ਸੀ, ਪੰਜਾਬ ਦੇ ਵਿੱਚੋਂ ਕੋਈ ਸਿੱਖੇ ਨਹੀਂ ਲੱਭਾ, ਤੇ ਜਿਹੜੇ ਲੱਭੇ ਆ ਉਹ ਧਨਾੜ, ਤੇ ਫਿਰ ਦੂਜੇ ਜਿਹੜੇ ਆ ਉਹ ਬਾਹਰੋਂ ਲੱਭੇ 3। ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹਦੇ ਉੱਤੇ ਵੀ ਇਹਨਾਂ ਦੀ ਆਖਿਆ। ਤੇ ਮੈਂ ਅੱਜ ਇਹ ਵੀ ਬੇਨਤੀ ਕਰਦਾ ਵੀ ਅਸੀਂ ਆਪੋ ਵਿੱਚ ਹੀ ਪੰਜਾਬ ਦੇ ਲੋਕ ਆ, ਭਾਈਚਾਰਾ ਆ ਸਾਡਾ, ਅਸੀਂ ਤਾਂ ਆਪੋ ਵਿੱਚ ਹੀ ਲੜਦੇ ਰਹਾਂਗੇ। ਤੇ ਜੋ ਬਾਹਰਲਾ ਆ ਕੇ ਫਿਰ ਯਤਨ ਕਰੂਗਾ, ਤੇ ਮੇਰਾ ਖਿਆਲ ਅੱਜ ਤੱਕ ਤਾਂ ਪੰਜਾਬ ਨੇ ਕੋਈ ਐਕਸੈਪਟ ਨਹੀਂ ਕੀਤਾ ਵੀ ਧਾਰਮਿਕ ਤੌਰ ਤੇ ਕੋਈ ਬੰਦਾ ਬਾਹਰ ਲਿਆ ਕੇ ਦਖਲਅੰਦਾਜ਼ੀ ਕਰੇ ਤਾਂ ਉਹਨੂੰ ਐਕਸੈਪਟ ਕਰ ਲੈਣ। ਇਹ ਤਾਂ ਸਭ ਕਿਉਂ ਲੱਗਦਾ ਹੈ ਵੀ ਆਮ ਆਦਮੀ ਪਾਰਟੀ ਹੁਣ SGPC ਵਾਲੇ ਪਾਸੇ ਨੂੰ ਵੀ ਰੁਖ ਕਰ ਰਹੀ ਹੈ, ਇੱਧਰ ਕਬਜ਼ਾ ਕਰਨ ਲੱਗਦਾ ਕਿਉਂ? ਕਿਹੜੇ ਚੀਜ਼ਾਂ ਦਿਖ ਰਹੀਆਂ, ਕੀ ਲੱਛਣ ਲੱਗਦਾ? ਕੁਛ ਉਹਨਾਂ ਦੇ ਜਿਹੜੇ ਪਾਰਟੀ ਦੇ ਵਰਕਰ ਆ, ਉਹ ਮੈਨੂੰ ਵੀ ਰਿਪੋਰਟਾਂ ਉੱਥੇ ਮਿਲਦੀਆਂ ਅੰਮ੍ਰਿਤਸਰ, ਕਿ ਉਹ ਪਿੰਡਾਂ ਦੇ ਵਿੱਚ ਹੁਣ ਜਾ ਰਹੇ ਆ ਵੀ ਜੀ ਹੁਣ ਇੱਕ ਅਸੀਂ ਮੋਰਚਾ ਫਤਿਹ ਕਰ ਲਿਆ, ਹੁਣ ਗਾਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਆ ਰਹੀ ਆ ਤੇ ਉਹ ਅਸੀਂ ਲੜਾਂਗੇ। ਉਹ ਸਮਝਦੇ ਆ ਵੀ ਸ਼ਾਇਦ ਜਿੱਦਾਂ ਅੱਗੇ ਗੋਟੇ ਨਾਲ ਸ਼ਿਕਾਰ ਮਾਰਿਆ ਗਿਆ ਵੀ ਸ਼ਾਇਦ ਇੱਦਾਂ ਹੋ ਜਾਊਗੀ। ਕਹਿੰਦੇ ਜਿਵੇਂ ਵਿਧਾਨ ਸਭਾ ਦਾ ਸੈਸ਼ਨ ਆਮ ਆਦਮੀ ਪਾਰਟੀ ਨੇ ਕਹਿੰਦੇ ਵੱਡਾ ਫੈਸਲਾ ਲਿਆ, ਆਮ ਆਦਮੀ ਪਾਰਟੀ ਨੇ ਫੈਸਲਾ ਲਿਆ ਵੀ ਲਾਈਵ ਚੱਲ ਰਿਹਾ ਉੱਥੋਂ ਸੈਸ਼ਨ। ਕਹਿੰਦੇ ਦਰਬਾਰ ਸਾਹਿਬ ਤੋਂ ਵੀ ਜਿਹੜਾ ਕੀਰਤਨ ਦਾ ਸਿੱਧਾ ਪ੍ਰਸਾਰਣ ਹੈ DD ਪੰਜਾਬੀ ਤੇ ਜਾਂ ਸਰਕਾਰੀ ਚੈਨਲ ਤੇ ਹੋਣਾ ਚਾਹੀਦਾ। ਜਿਹੜੇ ਸ਼੍ਰੋਮਣੀ ਕਮੇਟੀ ਦੇ ਕਾਰਜ ਆ ਇਹ ਸਰਕਾਰ ਨੇ ਤਾਂ ਚਲਾਉਣੇ ਨਹੀਂ, ਇਹ ਤਾਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਆ ਤੇ ਇਹਨਾਂ ਦੀ ਆਪ ਦੀ ਐਗਜ਼ੈਕਟਿਵ ਚੁਣੀ ਆ, ਉਹ ਫੈਸਲਾ ਕਰਦੀ ਆ ਤੇ ਉਸੇ ਫੈਸਲੇ ਅਨੁਕੂਲ ਹੁੰਦੀ ਆ। ਸਰਕਾਰ ਦੀ ਤਾਂ ਦਖਲਅੰਦਾਜ਼ੀ ਇਹਦੇ ਵਿੱਚ ਕਦੇ ਕੋਈ ਰਹੀ ਨਹੀਂ ਕਿਸੇ ਪੱਖ ਦੀ ਵੀ। ਸਤਿ ਸ਼੍ਰੀ ਅਕਾਲ, ਹਮਦਰਦ TV ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਅਮਰੀਕਾ ਦੇ ਵਿੱਚ ਇੱਕ ਸ਼ਖਸ ਦੇ ਵੱਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਛਪਾਈ ਕਰ ਲਈ ਗਈ ਹੈ, ਜਿਸ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਸਖਤ ਨੋਟਿਸ ਵੀ ਲਿਆ ਗਿਆ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕਾਰਵਾਈ ਦੀ ਮੰਗ ਵੀ ਕੀਤੀ ਗਈ ਆ। ਤਾਂ SGPC ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਸਾਡੇ ਨਾਲ ਨੇ। ਧਾਮੀ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਮਸਲਾ ਸੀਗਾ ਜੀ? ਕੌਣ ਉਹ ਸ਼ਖਸ ਹੈ ਔਰ ਕੀ ਕੀਤਾ ਗਿਆ ਉਸ ਸ਼ਖਸ ਦੇ ਵੱਲੋਂ ਅਮਰੀਕਾ ਦੇ ਵਿੱਚ? ਦੇਖੋ, ਪਹਿਲਾਂ ਬਹੁਤ ਸਮੇਂ ਤੋਂ, ਲੰਮੇ ਤੋਂ, ਪੁਰਾਣੇ ਤੋਂ ਇਹ ਸ਼ਿਕਾਇਤਾਂ ਆਉਂਦੀਆਂ ਸੀ ਕਿ ਇੱਕ ਅਮਰੀਕਾ ਦਾ ਸਿੱਖ ਚਾਈਨਾ ਤੋਂ ਪਵਿੱਤਰ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਜਿਹੜੇ ਛਪਾ ਕੇ ਲਿਜਾ ਰਿਹਾ ਜੀ। ਉਹਦਾ ਵੀ ਅਸੀਂ ਨੋਟਿਸ ਲਿਆ, ਕਿਉਂਕਿ ਉਹ ਬੇਗਾਨਾ ਮੁਲਕ ਆ, ਡਿਪਲੋਮੈਟਿਕ ਤੌਰ ਤੇ ਉੱਤੇ ਉਹਨਾਂ ਨਾਲ ਜਿਹੜੀਆਂ ਸਰਕਾਰ ਪੱਧਰ ਤੇ ਗੱਲਾਂ ਕਰ ਸਕਦੀਆਂ, ਪਰ ਉਹਨੇ ਇਸ ਵਾਰ ਸਿਰਾ ਹੀ ਲਾਤਾ। ਉਹਨੇ ਅਮਰੀਕਾ ਦੇ ਵਿੱਚ ਇਹ ਸਰੂਪ ਪਵਿੱਤਰ ਸਰੂਪ ਛਾਪ ਕੇ ਇੰਟਰਨੈਟ ਤੇ ਪਾ ਦਿੱਤਾ। ਉਹਦੇ ਵਿੱਚ ਬੇਅੰਤ ਹੀ ਗਲਤੀਆਂ ਆ। ਮੈਂ ਸਮਝਦਾ ਵੀ ਪਵਿੱਤਰ ਗੁਰਬਾਣੀ ਨੂੰ ਕੱਟ ਵੱਢ ਕਰਨੀ, ਕੋਈ ਅੱਖਰ ਵਾਧੇ ਘਾਟੇ ਕਰਨੇ, ਇਹ ਗੁਰੂ ਦੇ ਅੰਗਾਂ ਦੇ ਨਾਲ ਇੱਕ ਬਹੁਤ ਵੱਡਾ, ਮੈਂ ਸਮਝਦਾ, ਉਹਨੇ ਕੋਝਾ ਯਤਨ ਕੀਤਾ। ਤੇ ਜਿਉਂ ਹੀ ਉਹ ਸਾਡੇ ਵੀ ਨੋਟ 'ਚ ਆਈ ਤੇ ਬਾਕੀ ਜਥੇਬੰਦੀਆਂ ਦੇ ਵੀ ਆਈ, ਸਾਰੇ ਹਾਹਾਕਾਰ ਅਮਰੀਕਾ ਦੇ ਵਿੱਚ ਵੀ ਸਾਰੇ ਮਚ ਗਈ।
ਤੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਉਹਨੇ ਇਹਦਾ ਨੋਟਿਸ ਵੀ ਲਿਆ, ਸਖਤ ਨੋਟਿਸ ਲੈ ਕੇ ਤੇ ਇੱਕ ਕਮੇਟੀ ਵੀ ਬਣਾਤੀ ਆ। ਉਹ ਕਮੇਟੀ ਆਪਣੀ ਜਿਹੜੀ 2-4 ਦਿਨਾਂ 'ਚ ਸੁਣਵਾਈ ਕਰਕੇ ਇਹਦੀ ਜਿਹੜੀ ਸਾਰੀ ਉਹ ਰਿਪੋਰਟ ਉਹਨਾਂ ਨੂੰ ਸਾਫ਼ ਦੇਊਗੀ। ਅਸੀਂ ਤਾਂ ਚਾਹੁੰਦੇ ਵੀ ਇੱਦਾਂ ਦੇ ਬੰਦੇ ਨੂੰ ਜਿਹੜਾ ਆ ਉਹਦੀ ਐਕਸਪਲੇਨੇਸ਼ਨ ਨਹੀਂ ਤਾਂ ਛੇਕਣਾ ਹੀ ਚਾਹੀਦਾ, ਜਿਹੜਾ ਗੁਰੂ ਪਾਤਸ਼ਾਹ ਦੇ ਪਵਿੱਤਰ ਅੰਗਾਂ ਦੇ ਨਾਲ ਜਿਹੜਾ ਆ ਉਹਨੇ ਬੜਾ ਵੱਡਾ ਕੋਝਾ ਇੱਕ ਯਤਨ ਕੀਤਾ ਕੱਟ ਵੱਢ ਕਰਨ ਦਾ। ਸੋ ਸ਼੍ਰੋਮਣੀ ਕਮੇਟੀ ਵੱਲੋਂ ਵੀ ਅਸੀਂ ਇੱਕ ਜਨਰਲ ਇਜਲਾਸ 'ਚ ਵੀ ਸਾਡਾ ਮਤਾ ਆਊਗਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਅਪੀਲ ਕੀਤੀ ਆ ਕਿ ਇਹਦੇ ਖਿਲਾਫ ਜਾਂ ਹੋਰ ਵੀ ਜਿਹੜੇ ਇਤਿਹਾਸਿਕ ਨਵੀਂ ਸਾਡੇ ਆਈ ਆ ਜੈਨ ਆਪਣੇ ਨੌਲੇਜ ਦੇ ਵਿੱਚ ਕਿ ਇੱਕ ਹੋਰ ਸ਼ਖਸ ਉਹਨੇ ਵੀ ਪਵਿੱਤਰ ਗੁਰਬਾਣੀ ਦੀਆਂ ਪੰਕਤੀਆਂ ਲਿਖ ਕੇ ਥੱਲੇ ਆਪ ਉਹਦੇ ਨਾਲ ਪੰਕਤੀਆਂ ਐਡ ਕਰ ਦਿੱਤੀਆਂ, ਕਿਤੇ ਕੰਨਾ ਲਾਤਾ, ਕਿਤੇ ਔਂਕੜ ਲਾਤਾ, ਕਿਤੇ ਹੋਰ ਲਾਤਾ। ਉਹ ਵੀ ਅਸੀਂ ਸਿੰਘ ਸਾਹਿਬ ਨੂੰ ਨੋਟਿਸ ਕਿਹਾ ਲਾਓ ਇਹਦਾ ਵੀ ਇੱਦਾਂ ਤਾਂ ਇਹ ਫਿਰ ਸਾਰਾ ਜਿਹੜਾ ਆ ਉਹ ਸਾਡਾ ਪਵਿੱਤਰ ਗੁਰਬਾਣੀ ਦਾ ਜਿਹੜਾ ਅਮੋਲਕ ਖਜ਼ਾਨਾ ਆ ਉਹ ਸਾਰੇ ਦੇ ਵਿੱਚ ਫਿਰ ਛੇੜਛਾੜ ਇੱਦਾਂ ਜਾਰੀ ਰਹੂਗੀ। ਅਸੀਂ ਉਹ ਵੀ ਲੱਗੇ ਹਾਂ ਉਹਦੇ ਯਤਨ ਦੇ ਵਿੱਚ, ਉਹ ਵੀ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਅਪੀਲ ਕੀਤੀ ਆ। ਜਿਵੇਂ ਇਸ ਕੇਸ ਦੀ ਗੱਲ ਕਰੀਏ ਤਾਂ ਇਹ ਸ਼ਖਸ ਦੇ ਨਾਲ ਕੋਈ ਰਾਬਤਾ ਹੋਇਆ ਹੁਣ ਤੱਕ ਜਾਂ ਉਹਦੇ ਵੱਲੋਂ ਕੋਈ ਅਪਰੋਚ ਕੀਤੀ ਗਈ ਹੈ ਅਕਾਲ ਤਖਤ ਸਾਹਿਬ ਜਥੇਦਾਰ ਸਾਹਿਬ ਨਾਲ ਜਾਂ ਤੁਹਾਡੇ ਨਾਲ ਐਸਜੀਪੀਸੀ ਦੇ ਨਾਲ? ਸ਼੍ਰੋਮਣੀ ਕਮੇਟੀ ਨਾਲ ਤਾਂ ਨਹੀਂ ਉਹਨੇ ਕੋਈ ਵੀ ਰਾਬਤਾ ਕੀਤਾ। ਜਥੇਦਾਰ ਅਕਾਲ ਤਖਤ ਸਾਹਿਬ ਕਿਉਂਕਿ ਕੱਲ੍ਹ ਤਕਾਲਾਂ ਤੱਕ ਮੈਂ ਉੱਥੇ ਹੀ ਸੀਗਾ ਅੰਮ੍ਰਿਤਸਰ, ਤੇ ਉਹ ਸੋਮਵਾਰ ਹੁਣ ਮੈਂ ਜਾਣਾ, ਪਤਾ ਲੱਗ ਜਾਊਗਾ ਵੀ ਉਹਨੇ ਕੋਈ ਅਪਰੋਚ ਆਪਣੇ ਜਥੇਦਾਰ ਸਿੰਘ ਸਾਹਿਬ ਅਕਾਲ ਤਖਤ ਨੂੰ ਕੋਈ ਕੀਤੀ ਅਪੀਲ ਕਰਨੀ। ਇਹ ਨੋਟਿਸ 'ਚ ਸੀਗਾ ਜੀ ਉਹਦਾ ਪਹਿਲਾਂ ਤੋਂ ਵੀ ਇਸ ਤਰੀਕੇ ਦੀਆਂ ਉੱਥੇ ਅਮਰੀਕਾ ਪਹਿਲਾਂ ਕਿਉਂਕਿ ਸਾਡੇ ਕੋਲ ਚਰੋਕਣੇ ਵਿਦੇਸ਼ ਦੇ ਲੋਕ ਕਹਿੰਦੇ ਸੀ ਵੀ ਤੁਸੀਂ ਸਾਨੂੰ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਛਾਪਣ ਦੀ ਆਗਿਆ ਦੇ ਦਿਓ ਜੀ। ਉਹ ਸਾਡਾ ਪਿੱਛੇ ਇੱਕ ਡੈਪੂਟੇਸ਼ਨ ਵੀ ਗਿਆ ਸੀਗਾ ਤੇ ਜਥੇਦਾਰ ਅਕਾਲ ਤਖਤ ਸਾਹਿਬ ਨੇ ਬੈਨ ਲਾਤਾ ਸੀ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਛਾਪਦੀ ਆ, ਇਹ ਐਕਸਕਲੂਸਿਵ ਰਾਈਟ ਸਾਡਾ ਹੀ ਆ। ਉਹ ਫਿਰ ਉਹਨਾਂ ਨੇ ਹਾਲੇ ਬੈਨ ਲਾਤਾ ਸੀ, ਉਹ ਬੈਨ ਚੱਕਿਆ ਨਹੀਂਗਾ। ਤੇ ਮੇਰਾ ਆਪਣਾ ਵੀ ਮੰਨਣਾ ਆ ਵੀ ਇਹ ਆਪਾਂ ਨੂੰ ਕਿਉਂਕਿ ਜੇ ਕਰਾਂਗੇ ਇੱਦਾਂ ਕੱਲ੍ਹ ਨੂੰ ਫਿਰ ਕੋਈ ਹੋਰ ਸਾਖਸ਼ ਉਹਦੇ ਵਿੱਚ ਕੋਈ ਵੱਧ ਘੱਟ ਕਰ ਦਊਗਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਲਈ ਫਿਰ ਜ਼ਿੰਮੇਵਾਰ ਬਣੂਗੀ। ਇਸ ਕਰਕੇ ਇਹ ਜਥੇਦਾਰ ਸਾਹਿਬ ਨੂੰ ਅਸੀਂ ਬੇਨਤੀ ਕੀਤੀ ਆ ਵੀ ਪਹਿਲਾਂ ਵੀ ਇੱਦਾਂ ਦਾ ਯਤਨ ਕੀਤਾ ਗਿਆ, ਹੁਣ ਵੀ ਯਤਨ ਜਾਰੀ ਆ। ਤੇ ਬਾਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਉਂਕਿ ਇੱਕ ਸੰਸਥਾ ਆ ਜਿਹਨੂੰ ਇਕੱਲੀ ਨੂੰ ਇਹ ਅਧਿਕਾਰ ਦਿੱਤਾ ਗਿਆ ਤੇ ਅਧਿਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਚਾਹੀਦਾ। ਇਹ ਠੀਕ ਆ ਵੀ ਬਾਹਰਲਿਆਂ ਦੀ ਮੰਗ ਆ, ਉਹਨਾਂ ਦਾ ਅਸੀਂ ਕੋਈ ਹੋਰ ਢੰਗ ਦੇ ਨਾਲ ਜਿਹੜਾ ਯਤਨ ਕਰਾਂਗੇ ਕਿ ਮਹਾਰਾਜ ਦੇ ਸਰੂਪ ਉੱਥੇ ਕਿੱਦਾਂ ਪਹੁੰਚਾਉਣੇ ਆ। ਅੱਛਾ, ਇੱਕ ਭਾਈ ਬਲਵੰਤ ਸਿੰਘ ਰਾਜੋਹਾਣਾ ਦੇ ਮਾਮਲੇ ਦੇ ਵਿੱਚ ਜਿਹੜੀ ਰਹਿਮਤੀ ਜਿਹੜੀ ਹੈ ਪਟੀਸ਼ਨ ਹੈ ਉਹਦੇ ਉੱਤੇ ਸੁਪਰੀਮ ਕੋਰਟ ਦੇ ਵੱਲੋਂ ਕੇਂਦਰ ਸਰਕਾਰ ਨੂੰ ਕਿਹਾ ਗਿਆ ਵੀ ਜਿਹੜਾ ਅਪ੍ਰੈਲ ਦੇ ਵਿੱਚ ਜਿਹੜਾ ਉਹ ਜਲਦ ਕੋਈ ਫੈਸਲਾ ਲਵੇ, ਉਹ ਕਿਵੇਂ ਦੇਖਦੇ ਹੋ? ਦੇਖੋ, ਜਿਹੜਾ ਭਾਈ ਰਾਜੋਹਾਣਾ ਸਾਹਿਬ ਆ ਉਹਨਾਂ ਦੀ ਜਿਹੜੀ ਸਜ਼ਾ ਸੀਗੀ ਉਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ 505 ਤੇ ਮਾਫ ਕਰਤੀ। ਕੁਛ ਹੋਰ ਵੀ ਸਾਡੇ ਜਿਹੜੇ ਸਿੱਖ ਨੌਜਵਾਨ ਉਹ ਕੀਤੀ ਸੀ, ਉਹਦੇ ਤਹਿਤ ਹੀ ਦਵਿੰਦਰਪਾਲ ਭੁੱਲਰ ਦੀ ਵੀ ਸਜ਼ਾ ਮਾਫ ਕੀਤੀ ਸੀ। ਤੇ ਉਹ ਕੁਛ ਸਮਾਂ ਦੇਖਦੇ ਰਹੇ। ਹੁਣ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਰਾਜੋਹਾਣਾ ਸਾਹਿਬ ਨੇ ਅਪੀਲ ਪਾਈ ਵੀ ਮੇਰਾ ਜਿਹੜਾ ਹੈ ਫੈਸਲਾ ਕੀਤਾ ਜਾਵੇ। ਸੁਪਰੀਮ ਕੋਰਟ ਨੇ ਵੀ ਇਹਨਾਂ ਨੂੰ ਕਿਹਾ ਵੀ ਤੁਸੀਂ ਇਹਦਾ ਛੇਤੀ ਤੋਂ ਛੇਤੀ ਜਿਹੜਾ ਆ ਨਿਪਟਾਰਾ ਕਰੋ। ਪਿੱਛੇ ਇੱਕ ਗੱਲ ਚੱਲੀ ਸੀ ਵੀ ਬੈਠ ਕੇ ਤੁਸੀਂ ਇੱਕ ਡੈਪੂਟੇਸ਼ਨ ਚੱਲ ਜਾਏ ਆਪਣੇ ਸਰਕਾਰ ਪੱਧਰ 'ਤੇ ਗੱਲ ਕਰੇ, ਕਿਉਂਕਿ ਸਾਡੀ ਤਾਂ ਆ ਵੀ ਮੰਗ ਉਹਦੀ ਮਾਫ ਕੀਤੀ ਜਾਵੇ। ਡੈਪੂਟੇਸ਼ਨ ਜਾ ਕੇ ਵੀ ਉੱਥੇ ਕੀ ਕਰੂਗਾ? ਤੇ ਅਸੀਂ ਤਾਂ ਕੋਰਟਾਂ ਤੋਂ ਹੀ ਆਸ ਰੱਖਦੇ ਹਾਂ ਕਿਉਂਕਿ ਉਹਨਾਂ ਨੇ 2-3 ਵਾਰੀ ਸਖਤੀ ਦੇ ਨਾਲ ਇਹਨਾਂ ਨੂੰ ਕਿਹਾ ਵੀ ਇਹਨਾਂ ਦਾ ਜਿਹੜਾ ਹੀ ਆ ਇਹ ਛੇਤੀ ਤੋਂ ਛੇਤੀ ਜਿਹੜੀ ਆ ਡਿਸਪੋਜ਼ ਆਫ ਕਰੋ ਇਹਨਾਂ ਦੀ ਜਿਹੜੀ ਪਟੀਸ਼ਨ ਆ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਜੋਹਾਣਾ ਸਾਹਿਬ ਦੇ ਸਾਰੇ ਕੇਸ ਦੀ ਪੂਰੀ ਆਪ ਹੀ ਪੈਰਵੀ ਕਰ ਰਹੀ ਹੈ, ਚਾਹੇ ਉਹਨਾਂ ਦੀ ਭੈਣ ਉਹਦੀ ਪੈਰਵੀ ਕਰਦੀ ਹੈ, ਪਰ ਅਸੀਂ ਜਿਹੜੇ ਵਕੀਲ ਵਗੈਰਾ ਸਾਰੇ ਉਹ ਅਸੀਂ ਆਪ ਅਰੇਂਜ ਕਰਦੇ ਹਾਂ। ਜੇ ਤੁਸੀਂ ਬਤੌਰ ਵਕੀਲ ਜਾਂ ਤੁਹਾਡੀ ਵਕੀਲਾਂ ਦੀ ਟੀਮ ਇਸ ਕੇਸ ਦੇ ਨਾਲ ਜੁੜੀ ਹੋਈ ਹੈ, ਲਗਾਤਾਰ ਤੁਸੀਂ ਕਿਹਾ ਕੰਮ ਕਰ ਰਹੀ ਹੈ, ਕਿੱਥੇ ਕੁ ਪੇਚ ਫਸਦਾ ਹੈ? ਜਾਂ ਹੁਣ ਜੇ ਸੁਪਰੀਮ ਕੋਰਟ ਨੇ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕੇਂਦਰ ਨੂੰ, ਤਾਂ ਕੇਂਦਰ ਦੇ ਵੱਲੋਂ ਕਿੱਥੇ ਕੁ ਪੇਚ ਫਸ ਰਿਹਾ ਲੱਗਦਾ? ਦੇਖੋ, ਕੁਝ ਗੱਲਾਂ ਜਿਹੜੀਆਂ ਉਹ ਸੁਪਰੀਮ ਕੋਰਟ ਨੇ ਕਹੀਆਂ ਇਹਨਾਂ ਨੂੰ ਵੀ ਜਿਹੜੇ ਇਹਦੇ ਬਾਰੇ ਤੁਸੀਂ ਕੋਈ ਫੈਸਲਾ ਤਾਂ ਲਓ ਨਾ ਜੀ। ਉਹ ਫੈਸਲਾ ਕੀ ਲਿਆ ਜਾਣਾ ਵੀ ਇਹਦੇ ਬਾਰੇ ਆਪਾਂ ਜੇ ਮਾਫ ਕਰ ਦਿੱਤੀ ਆ ਤੇ ਇਹਦੇ ਆਪਾਂ ਕੋਈ ਨਾ ਕੋਈ ਐਕਸ਼ਨ ਲਈਏ ਜੀ। ਉਹ 2-3 ਪੇਸ਼ੀਆਂ ਤੇ ਫਿਰ ਕਿਉਂਕਿ ਗੱਭੇ ਕੋਵਿਡ ਆ ਗਿਆ, ਕੋਵਿਡ ਤੋਂ ਬਾਅਦ ਫਿਰ ਸਮਾਂ ਸੁਪਰੀਮ ਕੋਰਟ ਛੇਤੀ ਫਿਜ਼ੀਕਲ ਅਪੀਅਰੈਂਸ ਨਹੀਂ ਸੀ ਉੱਥੇ ਹੁੰਦੀ ਤੇ ਹੁਣ ਉਹ ਅਪ੍ਰੈਲ ਦੇ ਵਿੱਚ ਉਹ ਡੇਟ ਆ ਰਹੀ ਹੈ ਤਾਂ ਮੈਨੂੰ ਆਸ ਹੈ ਪੂਰਨ ਆਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਜਿਹੜਾ ਇਹਦਾ ਸਖਤ ਨੋਟਿਸ ਲਊਗੀ। ਲੱਗਦਾ ਕੇਂਦਰ ਨੂੰ ਵੀ ਇਨੀਸ਼ੀਏਟਿਵ ਹੁਣ ਲੈਣਾ ਚਾਹੀਦਾ ਜਦੋਂ ਸਾਰੇ ਪਾਸੇ ਮਾਨਯੋਗ ਸੁਪਰੀਮ ਕੋਰਟ ਨੇ ਕਹਿ ਦਿੱਤਾ। ਜਿੱਲੇ ਦੇਖੋ ਸੁਪਰੀਮ ਕੋਰਟ ਨੇ ਕਹਿ ਦਿੱਤਾ ਤਾਂ ਫਿਰ ਤਾਂ ਸੁਪਰੀਮ ਕੋਰਟ 1 ਵਾਰੀ 2 ਵਾਰੀ 3 ਵਾਰੀ ਫਿਰ ਜਿੱਦਾਂ ਸੁਪਰੀਮ ਕੋਰਟ ਕਹਿੰਦੀ ਹੁੰਦੀ ਆ ਫਿਰ ਉਵੇਂ ਦਾ ਕੜਕਦਾ ਆਰਡਰ ਹੋਊਗਾ ਫਿਰ ਵੀ ਨਹੀਂ ਕਰਨਾ ਹੀ ਆ। ਤੇ ਮੈਂ ਸਮਝਦਾ ਆ ਭਈ
ਇਹ ਵਧੀਆ ਸਮਾਂ ਆ ਵੀ ਉਹਦਾ ਜਿਹੜਾ ਛੇਤੀ ਤੋਂ ਛੇਤੀ ਫੈਸਲਾ ਕੀਤਾ ਜਾਣਾ ਚਾਹੀਦਾ। ਲੰਮੇ ਸਮੇਂ ਦੇ ਉਹ ਵਿਚਾਰੇ ਕਾਲ ਕੋਠੜੀਆਂ ਦੇ ਵਿੱਚ ਬੰਦੇ ਆ ਉੱਥੇ ਪਟਿਆਲੇ, ਇਹਦਾ ਛੇਤੀ ਫੈਸਲਾ ਕਰਨਾ ਚਾਹੀਦਾ ਇਹਨਾਂ ਨੂੰ। ਆਮ ਆਦਮੀ ਪਾਰਟੀ ਸਰਕਾਰ ਨੂੰ ਕਿਵੇਂ ਦੇਖ ਰਹੇ ਹੋ? ਪ੍ਰਕਾਸ਼ ਸਿੰਘ ਬਾਦਲ ਹੋਣਾ ਦਾ ਬਿਆਨ ਆਉਂਦਾ ਪਿਛਲੇ ਦਿਨੀ, ਮੈਨੂੰ ਲੱਗਦਾ ਕੱਲ੍ਹ ਦਾ ਹੀ ਬਿਆਨ ਹੈ ਵੀ ਆਮ ਆਦਮੀ ਪਾਰਟੀ ਐਸਜੀਪੀਸੀ ਦੇ ਉੱਤੇ ਵੀ ਹੁਣ ਕਬਜ਼ਾ ਕਰਨਾ ਚਾਹੁੰਦੀ। ਦੇਖੋ, ਮੈਂ ਜਦ ਦਾ ਪ੍ਰਧਾਨ ਬਣਿਆ ਮੈਨੂੰ ਪਹਿਲਾਂ ਹੀ ਇਹ ਗੱਲ ਖੁਟਕਦੀ ਸੀ ਕਿ ਇਹ ਜਿਹੜੀ ਆਮ ਪਾਰਟੀ ਆ, ਇਹ ਇੱਕ ਪਾਰਟੀ ਦੀ ਡੁਪਲੀਕੇਟ ਕਾਪੀ ਆ, ਉਹਨਾਂ ਦੀ ਡੀਟੋ ਕਾਪੀ ਆ ਦੂਜੇ ਪਾਸੇ ਤੇ। ਚਲੋ ਲੋਕਾਂ ਨੇ ਫਤਵਾ ਦੇ ਦਿੱਤਾ, ਅਸੀਂ ਲੋਕਾਂ ਨੂੰ ਇਹ ਕਹਿੰਦੇ ਰਹੇ ਵੀ ਇਹਨਾਂ ਨੇ ਪੰਜਾਬ ਦੇ ਹਿੱਤਾਂ ਦੇ ਕੋਈ ਗੱਲ ਨਹੀਂ ਕਰਨੀ, ਪਰ ਉਹ ਜਿਹੜੀ ਸਾਡੀ ਗੱਲ ਸੀ ਉਹ ਹੁਣ ਸੱਚੀ ਹੋ ਗਈ। ਜਿਹੜੇ ਰਾਜ ਸਭਾ ਦੀਆਂ ਮੈਂਬਰੀਆਂ ਆਉਣੀਆਂ ਸੀ, ਪੰਜਾਬ ਦੇ ਵਿੱਚੋਂ ਕੋਈ ਸਿੱਖੇ ਨਹੀਂ ਲੱਭਾ, ਤੇ ਜਿਹੜੇ ਲੱਭੇ ਆ ਉਹ ਧਨਾੜ, ਤੇ ਫਿਰ ਦੂਜੇ ਜਿਹੜੇ ਆ ਉਹ ਬਾਹਰੋਂ ਲੱਭੇ 3। ਤੇ ਮੈਂ ਸਮਝਦਾ ਜਿਹੜੀ ਸਾਡੀ ਗੱਲ ਸੀ, ਕਹਿੰਦੇ ਸੀ ਸਾਰੇ ਅਸੀਂ ਸਾਰੀਆਂ ਪਾਰਟੀਆਂ ਕਰੀਂਦੀਆਂ, ਸ਼੍ਰੋਮਣੀ ਅਕਾਲੀ ਦਲ ਮੋਹਰੇ ਹੋ ਕੇ ਕਹਿੰਦਾ ਸੀ, ਉਹ ਗੱਲ ਜਿਹੜੀ ਆ ਉਹ ਅੱਜ ਸਾਬਤ ਹੋ ਗਈ ਵੀ ਕਿੰਨਾ ਕੁ ਪੰਜਾਬ ਦਾ ਹਥੈਸੀ ਆ। ਤੇ ਦੂਜੀ ਗੱਲ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹਦੇ ਉੱਤੇ ਵੀ ਇਹਨਾਂ ਦੀ ਆਖਿਆ, ਤੇ ਮੈਂ ਅੱਜ ਇਹ ਵੀ ਬੇਨਤੀ ਕਰਦਾ ਵੀ ਅਸੀਂ ਆਪੋ ਵਿੱਚ ਹੀ ਪੰਜਾਬ ਦੇ ਲੋਕ ਆ, ਭਾਈਚਾਰਾ ਆ ਸਾਡਾ, ਅਸੀਂ ਤਾਂ ਆਪੋ ਵਿੱਚ ਹੀ ਲੜਦੇ ਰਹਾਂਗੇ। ਤੇ ਜੋ ਬਾਹਰਲਾ ਆ ਕੇ ਫਿਰ ਯਤਨ ਕਰੂਗਾ, ਤੇ ਮੇਰਾ ਖਿਆਲ ਅੱਜ ਤੱਕ ਤਾਂ ਪੰਜਾਬ ਨੇ ਕੋਈ ਐਕਸੈਪਟ ਨਹੀਂ ਕੀਤਾ ਵੀ ਧਾਰਮਿਕ ਤੌਰ ਤੇ ਕੋਈ ਬੰਦਾ ਬਾਹਰ ਲਿਆ ਕੇ ਦਖਲਅੰਦਾਜ਼ੀ ਕਰੇ ਤਾਂ ਉਹਨੂੰ ਐਕਸੈਪਟ ਕਰ ਲੈਣ। ਤੇ ਮੈਨੂੰ ਪੂਰਨ ਆਸ ਆ ਕਿ ਇਹਦਾ ਯਤਨ ਜ਼ਰੂਰ ਜਾਰੀ ਰਹੂਗਾ, ਪਰ ਪੰਜਾਬ ਦੇ ਲੋਕ ਇਹਨਾਂ ਦੇ ਜਿਹੜੇ ਆ ਯਤਨ ਆ ਉਹ ਸਫਲ ਨਹੀਂ ਹੋਣ ਦੇਣਗੇ। ਇਹ ਤਾਂ ਸਭ ਕਿਉਂ ਲੱਗਦਾ ਹੈ ਵੀ ਆਮ ਆਦਮੀ ਪਾਰਟੀ ਹੁਣ ਐਸਜੀਪੀਸੀ ਵਾਲੇ ਪਾਸੇ ਨੂੰ ਵੀ ਰੁੱਖ ਕਰ ਰਹੀ ਹੈ, ਇੱਧਰ ਕਬਜ਼ਾ ਕਰਨ ਲੱਗਦਾ ਕਿਉਂ? ਕਿਹੜੇ ਚੀਜ਼ਾਂ ਦੇਖ ਰਹੀਆਂ, ਕੀ ਲੱਛਣ ਲੱਗਦੇ? ਕਿਉਂਕਿ ਕੁਛ ਉਹਨਾਂ ਦੇ ਜਿਹੜੇ ਪਾਰਟੀ ਦੇ ਵਰਕਰ ਆ, ਉਹ ਮੈਨੂੰ ਵੀ ਰਿਪੋਰਟਾਂ ਉੱਥੇ ਮਿਲਦੀਆਂ ਅੰਮ੍ਰਿਤਸਰ, ਕਿ ਉਹ ਪਿੰਡਾਂ ਦੇ ਵਿੱਚ ਹੁਣ ਜਾ ਰਹੇ ਆ ਵੀ ਜੀ ਹੁਣ ਇੱਕ ਅਸੀਂ ਮੋਰਚਾ ਫਤਿਹ ਕਰ ਲਿਆ, ਹੁਣ ਗਾਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਆ ਰਹੀ ਆ ਤੇ ਉਹ ਅਸੀਂ ਲੜਾਂਗੇ। ਉਹ ਸਮਝਦੇ ਆ ਵੀ ਸ਼ਾਇਦ ਜਿੱਦਾਂ ਅੱਗਾ ਗੋਟੇ ਨਾਲ ਸ਼ਿਕਾਰ ਮਾਰਿਆ ਗਿਆ ਵੀ ਸ਼ਾਇਦ ਇੱਦਾਂ ਹੋ ਜਾਊਗੀ, ਪਰ ਧਰਮ ਸਿੱਖ ਧਰਮ ਦੇ ਵਿੱਚ ਕਦੇ ਐਵੇਂ ਨਹੀਂ ਹੋਈ, ਬਾਹਰਲਿਆਂ ਨੂੰ ਕਦੇ ਵੀ ਐਕਸੈਪਟ ਨਹੀਂ ਕੀਤਾ। ਪਰ ਉਹ ਕਿਉਂਕਿ ਯਤਨ ਕਰ ਰਹੇ ਆ, ਮਤਲਬ ਹੁਣ ਤੋਂ ਹੀ ਯਤਨ ਕਰ ਰਹੇ, ਜੋ ਮੈਨੂੰ ਰਿਪੋਰਟਾਂ ਮਿਲੀਆਂ, ਤੇ ਉਹ ਇਹ ਦਰਸਾਉਂਦੀਆਂ ਇਹ ਗੱਲਾਂ ਵੀ ਇਹਦੇ ਪਿੱਛੇ ਪੜਦੇ ਕੇ ਪਿੱਛੇ ਇਹਨਾਂ ਦੀ ਆਪਣੀ ਜਿਹੜੀ ਇਹ ਚੱਲ ਰਹੀ ਆ ਗੱਲ। ਅੱਛਾ ਧਾਮੀ ਸਾਹਿਬ, ਇੱਕ ਗੱਲ ਦੀ ਹੋਰ ਬੜੀ ਚਰਚਾ ਹੋ ਰਹੀ ਹੈ, ਕਹਿੰਦੇ ਜਿਵੇਂ ਵਿਧਾਨ ਸਭਾ ਦਾ ਸੈਸ਼ਨ ਆਮ ਆਦਮੀ ਪਾਰਟੀ ਨੇ ਕਹਿੰਦੇ ਵੱਡਾ ਫੈਸਲਾ ਲਿਆ, ਆਮ ਆਦਮੀ ਪਾਰਟੀ ਨੇ ਫੈਸਲਾ ਲਿਆ ਵੀ ਲਾਈਵ ਚੱਲ ਰਿਹਾ ਉੱਥੋਂ ਸੈਸ਼ਨ, ਅੱਗੇ ਵੀ ਲਾਈਵ ਚੱਲੂਗਾ ਕਹਿੰਦੇ। ਤਾਂ ਇਸੇ ਤਰੀਕੇ ਨਾਲ ਕਹਿੰਦੇ ਦਰਬਾਰ ਸਾਹਿਬ ਤੋਂ ਵੀ ਜਿਹੜਾ ਕੀਰਤਨ ਦਾ ਸਿੱਧਾ ਪ੍ਰਸਾਰਣ ਹੈ ਡੀਡੀ ਪੰਜਾਬੀ ਤੇ ਸਰਕਾਰੀ ਚੈਨਲ ਤੇ ਹੋਣਾ ਚਾਹੀਦਾ, ਤਾਂ ਜੋ ਸਰਕਾਰੀ ਚੈਨਲ ਦੇ ਥਰੂ ਸੰਗਤ ਜਿਹੜੇ ਜੁੜੇ। ਦੇਖੋ, ਜਿਹੜੀ ਸਾਡੇ ਕੋਲ ਇਸ ਵੇਲੇ ਜਿਹੜੇ ਚੱਲ ਰਹੇ ਚੈਨਲ, ਅਸੀਂ 2 ਕਰੋੜ ਰੁਪਈਆ ਸਾਨੂੰ ਉਹ ਦਿੰਦੇ ਆ ਐਨੂਅਲ। ਉਹਦੇ ਤੋਂ ਇਲਾਵਾ ਫਿਰ ਅਸੀਂ ਜਿੰਨੇ ਸਾਡੇ ਗੁਰਦੁਆਰਾ ਮੰਜੀ ਹਾਲ, ਦੀਵਾਨ ਹਾਲ 'ਚ ਸਾਰੇ ਫੰਕਸ਼ਨ ਚੱਲਦੇ ਆ, ਹੋਰ ਵੀ ਸ਼੍ਰੋਮਣੀ ਕਮੇਟੀ ਦੇ ਜਿੰਨੇ ਚੱਲਦੇ ਸਾਡੇ ਫੰਕਸ਼ਨ, ਉਹ ਸਾਰੇ ਫਿਰ ਫ੍ਰੀ ਕਰਦੇ ਆ, ਚਾਹੇ ਉਹ ਆਨੰਦਪੁਰ ਹੋਵੇ, ਚਾਹੇ ਫਤਿਹਗੜ੍ਹ ਹੋਵੇ, ਚਾਹੇ ਦਰਬਾਰ ਸਾਹਿਬ 'ਚ ਹੋਵੇ। ਉਹਦੇ ਤਾਂ ਪੈਸੇ ਦੇ ਕੇ ਉਹ ਕਰਦੇ ਆ, ਉਹ ਮੁਫਤ ਤਾਂ ਹੁੰਦਾ ਨਹੀਂ। ਅਸੀਂ ਤਾਂ 2 ਕਰੋੜ ਰੁਪਈਆ ਐਨੂਅਲੀ ਜਿਹੜਾ ਆ ਉਹਨਾਂ ਕੋਲ ਲੈਂਦੇ ਆ। ਪਰ ਜੇ ਇੱਦਾਂ ਦੀ ਪ੍ਰਪੋਜ਼ਲ ਸਰਕਾਰ ਦੇ ਦੇਵੇ, ਸਰਕਾਰ ਦਰਬਾਰ ਸਾਹਿਬ ਨੂੰ ਉਹ ਰਕਮ ਦੇਣੀ ਸ਼ੁਰੂ ਕਰ ਦੇਵੇ ਸੇਵਾ ਦੇ ਰੂਪ 'ਚ ਕਹਿ ਲਓ, ਜਾਂ ਜਿਸ ਤਰੀਕੇ ਦੇ ਨਾਲ ਵੀ ਜੋ, ਤਾਂ ਫਿਰ ਕੋਈ ਹੈ ਰਾਹ? ਦੇਖੋ, ਹੁਣ ਇਹ ਜਿਹੜੇ ਸ਼੍ਰੋਮਣੀ ਕਮੇਟੀ ਦੇ ਕਾਰਜ ਆ, ਇਹ ਸਰਕਾਰ ਨੇ ਤਾਂ ਚਲਾਉਣੇ ਨਹੀਂ, ਇਹ ਤਾਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਆ, ਤੇ ਇਹਨਾਂ ਦੀ ਆਪ ਦੀ ਐਗਜ਼ੈਕਟਿਵ ਚੁਣੀ ਆ, ਉਹ ਫੈਸਲਾ ਕਰਦੀ ਆ, ਤੇ ਉਸੇ ਫੈਸਲੇ ਅਨੁਕੂਲ ਹੁੰਦੀ ਆ। ਸਰਕਾਰ ਦੀ ਤਾਂ ਦਖਲਅੰਦਾਜ਼ੀ ਇਹਦੇ ਵਿੱਚ ਕਦੇ ਕੋਈ ਰਹੀ ਨਹੀਂ ਕਿਸੇ ਪੱਖ ਦੀ ਵੀ, ਤੇ ਜੇ ਕੋਈ ਆਊਗੀ ਅਸੀਂ ਉਹਨੂੰ ਕੰਸੀਡਰ ਜਿਹੜਾ ਸਾਡੀ ਐਗਜ਼ੈਕਟਿਵ ਆ ਉਹ ਕਰੂਗੀ। ਅੱਛਾ, ਪਿਛਲੇ ਦਿਨ ਇੱਕ ਨਾ ਵੀਡੀਓ ਬੜੀ ਵਾਇਰਲ ਹੋ ਰਹੀ ਸੀਗੀ, ਕਹਿੰਦੇ ਵੀ ਸ਼੍ਰੋਮਣੀ ਕਮੇਟੀ ਦੇ ਵਿੱਚ ਜਦੋਂ ਜਾਂ ਗੁਰਦੁਆਰਾ ਸਾਹਿਬ ਦੇ ਜਾਂਦੇ ਨੇ ਸੰਗਤ, ਤਾਂ ਕਮਰਿਆਂ ਦੇ ਵਿੱਚ ਅਜੇ ਤੱਕ ਵੀ ਹੇਰਾਫੇਰੀ ਹੋ ਰਹੀ ਹੈ, ਕਮਰੇ ਸੰਗਤ ਨੂੰ ਨਹੀਂ ਮਿਲ ਰਹੇ ਰਹਿਣ ਵਾਸਤੇ, ਜਾਂ ਦਿੱਕਤ ਪਰੇਸ਼ਾਨੀ ਆ ਰਹੀ ਹੈ। ਬਿਲਕੁਲ ਗਲਤ ਗੱਲ ਆ। ਆਨਲਾਈਨ ਬੁਕਿੰਗ ਵੀ ਕੁਝ ਕਮਰਿਆਂ ਦੀ ਹੁੰਦੀ, ਕਿਉਂਕਿ ਅਸੀਂ ਇਹ ਸਾਰਾ ਪ੍ਰੋਸੈਸ ਦੇਖਿਆ। ਪਿੰਡਾਂ ਦੇ ਲੋਕ ਆਉਂਦੇ ਆਨਲਾਈਨ, ਉਹਨਾਂ ਕੋਲ ਕਦੇ ਪੇਮੈਂਟ ਦੀ ਨਹੀਂ, ਕਦੇ ਉਹਨਾਂ ਕੋਲ ਬੁਕਿੰਗ ਨਹੀਂ ਹੁੰਦੀ। ਉਹ ਸਾਰੇ ਮੁੱਦੇ ਨਜ਼ਰ ਰੱਖ ਕੇ ਕੁਝ ਅਸੀਂ ਆਨਲਾਈਨ ਬੁਕਿੰਗ ਕਰਦੇ ਹਾਂ। ਹੁਣ ਤੁਸੀਂ ਜਾ ਕੇ ਚੱਲ ਜਾਓ, ਅੱਜ ਵੀ ਆ ਹੁਣ ਚੱਲ ਜਾਓ, 800 ਕਮਰਾ ਆ ਸਿਰਫ, ਤੇ ਸੰਗਤ ਦੀ ਆਮਦਨ ਜਿਹੜੀ ਆਮਦ ਆ ਜਿਹੜੀ ਉਹ 2 ਲੱਖ ਤੋਂ ਵੱਧ ਆ। ਸਾਰਿਆਂ ਨੂੰ ਐਡਜਸਟ ਨਹੀਂ ਕੀਤੇ, ਇੱਕ ਹੁਣ ਇਹ ਸਾਜ਼ਿਸ਼ ਵੀ ਚੱਲ ਪਈ ਆ ਵੀ ਸ਼੍ਰੋਮਣੀ ਕਮੇਟੀ ਨੂੰ ਕਿੱਦਾਂ ਬਦਨਾਮ ਕਰਨਾ। ਕੱਲ ਰਾਤ ਵੀ ਉੱਥੇ ਧਰਨਾ ਲਾ ਕੇ ਬੈਠੇ ਸੀ ਕਿ ਉਹਨੂੰ ਚਾਬੀਆਂ ਲਾਓ, ਸਾਰੇ ਕਮਰੇ ਸਾਰੀਆਂ ਸਰਾਵਾਂ ਦੇ ਚੈੱਕ ਕਰੋ ਵੀ ਬੰਦੇ ਪਏ ਆ ਵਿੱਚ। ਇਹਦਾ ਇੱਕ ਇਹਨਾਂ ਨੇ ਹੁਣ ਫੜ ਲਿਆ, ਇਹੋ ਹੀ ਤਾਂ ਮੈਂ ਕਹਿੰਦਾ, ਤਾਂ ਹੀ ਤਾਂ ਇਹਨਾਂ ਦੀ ਲੱਗਦੀ ਸਾਜ਼ਿਸ਼ ਵੀ ਇਹ ਸ਼੍ਰੋਮਣੀ ਕਮੇਟੀ ਵੱਲੋਂ ਹੁਣ ਇੱਕ ਗਿਣੀ ਮਿਥੀ ਸਾਜ਼ਿਸ਼ ਤਹਿਤ ਪਹਿਲਾਂ ਆਨੰਦਪੁਰ ਦੇ ਹੋਲੇ ਦੇ ਮੇਲੇ ਤੇ ਵੀ ਉੱਥੇ ਹੁੱਲੜਬਾਜ਼ੀ ਦੀ ਕੋਸ਼ਿਸ਼ ਕੀਤੀ। ਚਲੋ ਸਾਡੇ ਆਪਣੇ ਸਤਿਕਾਰਤ ਜਿਹੜਾ ਸਟਾਫ ਸੀ ਉਹਨੇ ਬੈਠ ਕੇ ਸਾਰੀ ਮੁਕਾ ਲਈ, ਤੇ ਇਦਾਂ ਹੀ ਹੁਣ ਇਹ ਕਰ ਰਹੇ। 800 ਕਮਰੇ ਦੇ ਵਿੱਚ ਕਿੰਨੀ ਸੰਗਤ ਖੱਪ ਜਾਊਗੀ ਤੁਸੀਂ ਵੀ ਜਾਣਦੇ ਆ ਚੰਗੀ ਤਰ੍ਹਾਂ, ਕੋਈ ਨਹੀਂ ਹੁੰਦੀ। ਜਿਹੜਾ ਜਾਂਦਾ ਹਰ ਇੱਕ ਯਾਤਰੂ ਪਿੱਛੇ ਅਸੀਂ ਵੀਡੀਓ ਵੀ ਸਾਡੀ ਪਾਈ ਆ, ਜਿਹੜੇ ਜਾਂਦੇ ਆ ਉਹਨਾਂ ਨੂੰ ਕਮਰੇ ਮਿਲਦੇ ਆ। ਤੁਸੀਂ ਜਾ ਕੇ ਉੱਥੇ ਆਪਣੇ ਟੈਲੀਵਿਜ਼ਨ ਵਾਲੇ ਤੁਸੀਂ ਵੀ ਜਾਓ, ਪਤਾ ਕਰੋ ਸੰਗਤ ਕੋਲ ਮਿਲਦੇ ਕਿ ਨਹੀਂ ਮਿਲਦੇ। ਇਹ ਠੀਕ ਆ ਵੀ ਹੁਣ ਜਿਹੜੇ 800 ਕਮਰੇ ਦੇ ਵਿੱਚ
ਸਾਰਿਆਂ ਲੋਕਾਂ ਨੂੰ ਤਾਂ ਐਡਜਸਟ ਕੀਤਾ ਨਹੀਂ ਜਾ ਸਕਦਾ। ਜਿਹੜੀ ਆਨਲਾਈਨ ਬੁਕਿੰਗ ਹੁੰਦੀ ਉਹ ਚਾਹੇ ਰਾਤ ਨੂੰ 12 ਵਜੇ ਆਵੇ ਚਾਹੇ ਰਾਤ ਨੂੰ 1 ਵਜੇ ਆਵੇ, ਉਹਦਾ ਕਮਰਾ ਬੁੱਕ ਹੁੰਦਾ। ਤੇ ਜਿਹੜੇ ਆਮ ਯਾਤਰੂ ਜਾਂਦੇ ਆ ਉਹ ਪਿੰਡਾਂ 'ਚੋਂ ਜਾਂਦੇ ਆ, ਉਹਨਾਂ ਨੂੰ ਵੀ ਕਮਰੇ ਬਕਾਇਦਾ ਤੌਰ 'ਤੇ ਦਿੱਤੇ ਜਾਂਦੇ। ਤੁਸੀਂ ਜਾ ਕੇ ਸਰਾਵਾਂ ਚੈੱਕ ਕਰ ਲਓ, 8 ਵਜੇ ਤੱਕ ਕੀ 7 ਵਜੇ ਤੱਕ ਸਾਰੀਆਂ ਫੁੱਲ ਹੋਈਆਂ ਹੁੰਦੀਆਂ। ਹਰ ਇੱਕ ਦਾ ਯਤਨ ਹੁੰਦਾ ਵੀ ਮੈਂ ਆਪਣੇ ਦਰਬਾਰ ਸਾਹਿਬ 'ਚ ਰਹਾਂ। ਤੇ ਅਸੀਂ ਇੱਕ ਕੱਲ੍ਹ ਉਦਘਾਟਨ ਕੀਤਾ 105 ਕਮਰਿਆਂ ਦੀ ਸਰਾਂ, ਉਹ ਛੇਤੀ ਬਣਾ ਦੇਣੀ। ਇੱਕ ਅਸੀਂ ਹੁਣ 11 ਤਰੀਕ ਨੂੰ ਰੱਖੀ ਆ, ਉਹ ਕਾਰ ਸੇਵਾ ਵਾਲੇ ਇਹ ਦਿੱਲੀ ਵਾਲੇ ਕਰਨਗੇ, ਉਹ ਪੂਰੀ ਵਾਲਿਆਂ ਨੂੰ ਦਿੱਤੀ। ਤੇ ਅਸੀਂ ਉਹਨਾਂ ਨੂੰ ਸਾਰਾ ਮਟੀਰੀਅਲ ਦੇ ਕੇ ਛੇਤੀ ਸਰਾਵਾਂ ਦਵਾ ਲਈਆਂ। ਅਸੀਂ ਹੁਣ ਬਾਕੀ ਕੰਮ ਛੱਡ ਕੇ ਵੀ ਜਿਹੜੀਆਂ ਸਰਾਵਾਂ ਉਹਨਾਂ ਦੀ ਸਾਰੀ ਕੀਤੀ ਜਾਵੇ। ਪਰ ਭਾਵੇਂ 10,000 ਕਮਰਾ ਬਣਾ ਦਈਏ ਫਿਰ ਵੀ ਹਾਹਾਕਾਰ ਰਹਿਣੀ, ਕਿਉਂਕਿ ਸੰਗਤ ਦੀ ਬਹੁਤ ਵੱਡੀ ਆਮਦ ਜ਼ਿਆਦਾ। ਅੱਛਾ ਧਾਮੀ ਸਾਹਿਬ, ਅਕਾਲੀ ਦਲ ਦਾ ਇਸ ਵਾਰ ਪਰਫਾਰਮੈਂਸ ਕਿਵੇਂ ਦੇਖਦੇ ਹੋ? 3 ਸੀਟਾਂ ਤੇ ਸਿਮਟ ਗਈ ਹੈ ਅਕਾਲੀ ਦਲ, ਕਿੱਥੇ ਲੱਗਦਾ ਹੈ ਵੀ ਇਹ ਕਿੱਥੇ ਕਮੀਆਂ ਰਹਿ ਗਈਆਂ? ਦੇਖੋ, ਇਹ ਪੋਲੀਟੀਕਲ ਤੰਤਰ ਮੰਤਰ ਆ। ਇਸ ਵਾਰ ਮੇਰਾ ਖਿਆਲ ਹੈ ਪਹਿਲਾਂ ਇੱਕ ਵਾਰੀ ਪਹਿਲਾਂ ਵੀ ਐਵੇਂ ਹੋਈ ਸੀਗੀ। ਸਾਡੇ 'ਚ ਕੋਈ ਘਾਟਾਂ ਰਹੀਆਂ ਹੋਣਗੀਆਂ, ਉਹ ਘਾਟਾਂ ਦਾ ਸ਼੍ਰੋਮਣੀ ਅਕਾਲੀ ਦਲ ਮੁਲਾਂਕਣ ਕਰ ਰਿਹਾ ਆਪਣੇ ਤੌਰ 'ਤੇ। ਟੀਮ ਬਣਾਈ ਆ ਉਹਨੇ 12 ਮੈਂਬਰੀ, ਉਹ ਸਾਰਾ ਇਸੇ ਗੱਲ ਦਾ ਮੁਲਾਂਕਣ ਕਰ ਰਹੀ ਆ ਵੀ ਆਪਾਂ ਕਿੱਥੋਂ ਪਛੜ ਗਏ ਹਾਂ। ਤੁਸੀਂ ਕੀ ਮਹਿਸੂਸ ਕਰਦੇ ਹੋ? ਮੈਂ ਵੀ ਉਹਨਾਂ 'ਚ ਮਹਿਸੂਸ ਕਰਨ ਵਾਲੇ 'ਚ ਉਹਨਾਂ 'ਚ ਹੀ ਹਾਂ। ਹਾਲੇ ਮੈਂ ਕੋਈ ਪ੍ਰੀ ਪ੍ਰੈਡਿਕਸ਼ਨ ਤਾਂ ਮੈਂ ਕਰ ਨਹੀਂ ਸਕਦਾ, ਪਰ ਮੈਂ ਵੀ ਉਹਨਾਂ ਦੇ ਨਾਲ ਹੀ ਹਾਂ ਇਸ ਪੱਖ ਦੇ ਉੱਤੇ। ਸਾਰਾ ਬੈਠ ਕੇ ਜੋ ਵੀ ਸਾਨੂੰ ਲੱਗਦਾ ਵੀ ਕਿਹੜੇ ਪੱਖਾਂ ਤੋਂ ਆਪਾਂ ਇਹ ਜਿਹੜੇ ਕਮਜ਼ੋਰ ਹੋਏ ਉਹ ਸਾਰੇ ਪੱਖ ਡਿਸਕਸ ਕੀਤੇ ਜਾ ਰਹੇ ਹਨ। ਧਾਮੀ ਸਾਹਿਬ, ਪਿਛਲੇ ਸਾਲ ਸਮੇਂ ਦੇ ਵਿੱਚ ਜਿੰਨਾ ਕੁ ਤੁਸੀਂ ਹੁਣ SGPC ਦਾ ਕਾਰਜਭਾਰ ਜਦੋਂ ਦਾ ਸੰਭਾਲਿਆ, ਉਹ ਤੋਂ ਕਿੰਨਾ ਕੁ ਮਹਿਸੂਸ ਕੀਤਾ ਕੁਝ ਤਬਦੀਲੀ ਦੀ ਲੋੜ ਸੀਗੀ, ਜਾਂ ਕਿਹੜੀਆਂ ਚੀਜ਼ਾਂ ਪਿੱਛੇ ਰਹਿੰਦੀਆਂ ਸੀ ਉਹ ਕੀਤੀਆਂ ਨੇ, ਜਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਰਨੀਆਂ ਚਾਹੀਦੀਆਂ ਨੇ? ਦੇਖੋ, ਜਿਉਂ ਸਮਾਂ ਬਦਲਦਾ, ਸਮੇਂ ਦੇ ਨਾਲ ਦੀ ਨਾਲ ਲੋਕਾਂ ਦੀਆਂ ਲੋੜਾਂ ਵੀ ਨਾਲ ਦੀ ਨਾਲ ਬਦਲੀ ਜਾਂਦੀਆਂ। ਕਿਉਂਕਿ ਸਾਡੇ ਕੋਲ ਲਗਭਗ 22,000 ਮੁਲਾਜ਼ਮ ਆ, ਔਰ ਸਾਡੇ ਕੋਲ ਲਗਭਗ 108 ਐਜੂਕੇਸ਼ਨ ਇੰਸਟੀਟਿਊਸ਼ਨਸ ਆ। ਪਿਛਲੇ ਸਮੇਂ ਤੋਂ 2016 ਤੋਂ ਲਗਾਤਾਰ ਵੱਡੇ ਰਨਾਊਂਡ ਵੀ ਜਿਹੜੇ ਕਾਲਜ ਆ ਉਹਨਾਂ ਦੇ ਵਿੱਚ ਵੀ ਬਹੁਤ ਵੱਡੀ ਖੜੋਤ ਆ ਗਈ ਆ। ਸਾਡੇ ਕੋਲ ਤਾਂ ਹੁਣ ਵੱਡੀ ਚੁਣੌਤੀ ਜਿਹੜੀ ਆ ਐਜੂਕੇਸ਼ਨ ਦੀ ਆ, ਉਹਦਾ ਅਸੀਂ ਦੇਖ ਰਹੇ ਹਾਂ ਵੀ ਇਹਨੂੰ ਆ ਜਿਹੜਾ ਇਸ ਸਮੇਂ ਮੁਤਾਬਕ ਉਹਦੇ ਨਾਲ ਕਿੱਦਾਂ ਨਜਿੱਠਣਾ ਆ। ਬਾਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਭ ਤੋਂ ਵੱਡੀ ਦੇਖੋ ਸੰਸਥਾ ਆ। ਇਹਦੇ ਵਿੱਚ ਇਸ ਵੇਲੇ ਸਭ ਤੋਂ ਵੱਡੀ ਮੰਗ ਲੋਕਾਂ ਦੀ ਆ ਸਰਾਵਾਂ ਦੀ। ਉਹਲੇ ਵੀ ਅਸੀਂ ਹੁਣ ਪੁਰਜੋਰ ਆਪਣਾ ਸਾਰਾ ਯਤਨ ਕਰ ਰਹੇ ਹਾਂ। ਪ੍ਰਬੰਧ ਦੇ ਵਿੱਚ ਪਹਿਲਾਂ ਵੀ ਕੋਈ ਕਮੀ ਨਹੀਂ, ਜਿਹੜੀਆਂ ਕੋਈ ਪ੍ਰਬੰਧ ਦੇ ਵਿੱਚ ਕਮੀਆਂ ਆ ਮੈਨੂੰ ਤਾਂ ਜਿੱਥੇ ਲੱਗਦਾ ਹੈਗੀਆਂ, ਮੈਂ ਤਾਂ ਉੱਥੇ ਸਖਤ ਤੋਂ ਸਖਤ ਐਕਸ਼ਨ ਲੈਣ ਤੋਂ ਵੀ ਪਿੱਛੇ ਨਹੀਂ ਹਟਦਾ। ਤੇ ਉਹ ਜੇ ਗੁਰੂ ਸਾਹਿਬ ਕਿਰਪਾ ਕਰਨ ਤੇ ਕੋਈ ਗੱਲ ਨਹੀਂ, ਹੌਲੀ ਜਿਹੜੀਆਂ ਕੋਈ ਆਉਂਦੀਆਂ ਤਬਦੀਲੀਆਂ ਉਹ ਤਬਦੀਲੀਆਂ ਨੂੰ ਮੀਟ ਵੀ ਕਰ ਰਹੇ ਹਾਂ। ਐਜੂਕੇਸ਼ਨ ਨਾਲ ਤੁਸੀਂ ਗੱਲ ਕੀਤੀ ਹੈ, ਆਪਾਂ ਦੇਖਦੇ ਹਾਂ ਕਨਵੈਂਟ ਸਕੂਲ ਦੇ ਵਿੱਚ ਵਿਦਿਆਰਥੀ ਜਿਹੜੇ ਕ੍ਰਿਸਚੈਨਿਟੀ ਤੋਂ ਨੇ, ਚਲੋ ਅਤੇ ਭੇਦਭਾਵ ਵਾਲੀ ਤਾਂ ਕੋਈ ਗੱਲ ਨਹੀਂ ਰਹਿ ਗਈ ਹੁਣ, ਉੱਧਰੋਂ ਬੱਚਿਆਂ ਨੂੰ ਬਹੁਤ ਫੈਸਿਲਿਟੀਆਂ ਮਿਲਦੀਆਂ ਨੇ, ਘੱਟ ਫੀਸਾਂ ਨੇ। SGPC ਵਾਲੇ ਪਾਸੇ ਇਸ ਚੀਜ਼ ਦੀ ਹੈਗੀ ਹੈ ਜ਼ਰੂਰਤ ਵੀ ਬੱਚਿਆਂ ਨੂੰ? ਆ ਇੱਕ ਮੈਂ ਤੁਹਾਨੂੰ ਹੁਣ ਵੀਡੀਓ ਦੇ ਦੇਣੀ ਆ। ਅਸੀਂ 62 ਲੱਖ ਰੁਪਈਆ ਪਿਛਲੇ ਸਾਲ ਅਸੀਂ ਸਕਾਲਰਸ਼ਿਪ ਦਿੱਤਾ ਜੀ। ਸਾਡੇ ਕੋਲ ਨਨਕਾਣਾ ਸਾਹਿਬ ਟਰੱਸਟ ਆ, ਸਾਡੇ ਕੋਲ 13 ਉਹਨਾਂ ਦੇ ਸਕੂਲ ਆ CBSE ਦੇ, ਜਾ ਕੇ ਦੇਖੋ ਜੀ। ਸਾਡੇ ਕੋਲ ਟਰਫ ਦੀਆਂ ਉੱਥੇ ਹਾਕੀ ਦੀਆਂ ਅਕੈਡਮੀਆਂ ਲੱਗੀਆਂ ਆ। ਸਹੂਲਤਾਂ ਸਾਡੇ ਕੋਲ ਵੀ ਕੰਪੈਟੇਬਲੀ। ਇਹ ਇੱਕ ਜਿੱਦਾਂ ਬੁਖਾਰ ਹੁਣ ਪਿੱਛੇ ਆਪ ਦਾ ਚੜ੍ਹਿਆ ਸੀ, ਇਹ ਲੋਕਾਂ ਨੂੰ ਨਵਾਂ ਬੁਖਾਰ ਚੜ੍ਹਦਾ ਵੀ ਸ਼ਾਇਦ ਕ੍ਰਿਸਚੀਅਨ ਸਕੂਲ ਦੇ ਵਿੱਚ ਪੜ੍ਹਾਈ ਚੰਗੀ ਆ, ਪਰ ਮੈਂ ਵਾਅਦੇ ਨਾਲ ਕਹਿ ਸਕਦਾ ਸਾਡੇ ਆਪ ਦੇ ਵੀ CBSE ਦੇ ਸ਼੍ਰੋਮਣੀ ਕਮੇਟੀ ਦੇ ਵੀ ਆ, ਵੱਖ-ਵੱਖ ਟਰੱਸਟਾਂ ਦੇ ਵੀ ਆ। ਤੇ ਸਾਡੇ ਵੀ ਐਜੂਕੇਸ਼ਨ ਦਾ ਮਿਆਰ ਜਿਹੜਾ ਉਹਨਾਂ ਤੋਂ ਘੱਟ ਨਹੀਂਗਾ, ਬਹੁਤ ਵੱਡਾ ਮਿਆਰ ਆ। ਤੇ ਸਾਡੇ ਜਿਹੜੀ ਸ਼੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਆ, ਉਸ ਯੂਨੀਵਰਸਿਟੀ ਦੇ ਵਿੱਚ ਪੰਜਾਬ ਦੀ ਸਭ ਤੋਂ ਬੈਸਟ ਯੂਨੀਵਰਸਿਟੀ ਆ। ਉੱਥੇ ਲੋਕਾਂ ਦੇ ਕਾਲਜ ਸਕੂਲ ਜਿਹੜੇ ਸੀ ਡੈਂਟਲ ਦੇ ਵਿੱਚ MBBS ਸੀਟਾਂ ਖਾਲੀ ਰਹਿ ਗਈਆਂ। ਅਸੀਂ 100 ਸੀਟ ਹੋਰ ਅਪਲਾਈ ਕੀਤੀ ਆ ਤੇ ਲੋਕਾਂ ਦੀ ਉੱਥੇ ਵੱਡੀ ਆਮਦ ਆ। ਇਹ ਇੱਕ ਮੈਂ ਸਮਝਦਾ ਆ, ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਖੋਰਾ ਲਾਉਣ ਨੂੰ ਦੂਜੇ ਨਹੀਂ ਲਾ ਰਹੇ, ਅਸੀਂ ਆਪ ਹੀ ਲਾ ਰਹੇ ਹਾਂ। ਪਰ ਗੁਰੂ ਸਾਹਿਬ ਕਿਰਪਾ ਕਰਨ, ਐਜੂਕੇਸ਼ਨ ਅਦਾਰੇ ਵੀ ਸਾਡੇ ਵਧੀਆ ਚੱਲ ਰਹੇ। ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ GNE ਜਿਹੜੇ ਥਾਪਰ ਨੂੰ ਕੰਪੀਟ ਕਰਦੇ ਆ, ਉਹ ਵਧੀਆ ਚੱਲ ਰਹੇ ਸਾਰੇ। ਕਿਉਂਕਿ ਇਹ ਕਈ ਵਾਰ ਮਸਲੇ, ਕਈ ਵਾਰ ਦਸਤਾਰ ਦਾ ਮਸਲਾ ਆ ਜਾਂਦਾ ਵੈ, ਜੋ ਸਕੂਲਾਂ ਦੇ ਵਿੱਚ ਕਈ ਵਾਰ ਇੱਦਾਂ ਦੀਆਂ ਘਟਨਾਵਾਂ ਵੀ ਆ ਜਾਂਦੀਆਂ ਨੇ, ਉਹ ਤਾਂ ਕਰਕੇ ਵੀ ਲੋਕਾਂ ਨੂੰ ਲੱਗਦਾ। ਦੇਖੋ, ਜਿਹੜੀ ਦਸਤਾਰ ਆ ਇਹ ਤਾਂ ਸਿੱਖਾਂ ਦੀ ਸ਼ਾਨ ਆ, ਸਾਡਾ ਕਕਾਰ ਵੀ ਆ। ਪਿੱਛੇ ਹੁਣ ਬੰਗਲੌਰ ਦੇ ਵਿੱਚ ਇਹ ਆਈ ਸੀ ਪ੍ਰੋਬਲਮ, ਅਸੀਂ ਇੱਥੋਂ ਆਪਣਾ ਡੈਪੂਟੇਸ਼ਨ ਭੇਜਿਆ, ਉਹ ਮੁੱਖ ਮੰਤਰੀ ਨਾਲ ਮੇਰੀ ਵੀ ਗੱਲ ਕਰਾਈ, ਉਹਨੇ ਜਾ ਕੇ ਉੱਥੇ ਉਹਨੇ ਤੁਰੰਤ ਨੋਟਿਸ ਲਿਆ ਬੱਚੇ ਨੂੰ ਪਟਕਾ ਪਹਿਨਣ ਤੋਂ ਮੰਗਲੌਰ ਰੋਕਿਆ ਸੀਗਾ। ਉਹ ਵੀ ਸਾਡਾ ਡੈਪੂਟੇਸ਼ਨ ਉੱਥੇ ਦੋਹਾਂ ਥਾਂ ਦਾ ਮਿਲਿਆ ਉਹਨਾਂ ਨੂੰ, ਉਹ ਅਸੀਂ ਹੱਲ ਕਰਕੇ ਆਏ। ਜਿੱਥੇ ਵੀ ਕੋਈ ਲੱਗਦੀ ਸਾਨੂੰ ਆ ਪਿੱਛੇ ਹੁਣ ਆਪਣੇ ਤੁਹਾਡੇ ਹਿਮਾਚਲ ਪ੍ਰਦੇਸ਼ 'ਚ ਜੈਰਾਮ ਠਾਕੁਰ ਉਹਨਾਂ ਦਾ ਬਿਆਨ ਸੀ, ਉਹ ਵੀ ਅਸੀਂ ਉਹਨਾਂ ਨੂੰ ਵੀ ਚਿੱਠੀ ਲਿਖਤੀ ਤੌਰ 'ਤੇ ਭੇਜੀ ਆ ਵੀ ਭਾਈ ਇਹ ਇੱਦਾਂ ਦਾ ਗੱਲ ਨਹੀਂ, ਸਿੱਖਾਂ ਦਾ ਜਿਹੜਾ ਬੜਾ ਵੱਡਾ ਯੋਗਦਾਨ ਆ। ਤੇ ਚਾਹੇ ਉਹ ਤੋਂ ਇਲਾਵਾ ਹੁਣ ਆ ਪਿੱਛੇ ਕਕਾਰਾਂ ਦੀ ਗੱਲ ਚੱਲੀ ਸੀ,
에ਅਰਪੋਰਟ ਦੇ ਅਥਾਰਟੀਜ਼ ਦੇ ਵਿੱਚ ਉਹ ਜਿਹੜੇ ਹੈਗੇ EMPLOYEES ਉਹ ਡਿਊਟੀ ਨਹੀਂ ਕਰ ਸਕਦੇ। ਇੱਥੇ ਜਿੱਥੇ ਸਾਨੂੰ ਲੱਗਦੀ ਆ ਦੇਸ਼ ਵੀ ਵਿਦੇਸ਼ 'ਚ ਅਸੀਂ ਤਾਂ ਪੂਰਨ ਤੌਰ 'ਤੇ ਆਪਣਾ ਉਸ ਗੱਲ ਤੇ ਹਰ ਦੇ ਪਹਿਰਾ ਦਿੰਦੇ ਹਾਂ। ਹਿਮਾਚਲ ਵੱਲੋਂ ਜਵਾਬ ਹੈ ਕੋਈ ਉਸ? ਹਿਮਾਚਲ ਨੂੰ ਹਾਲੇ ਕੋਈ ਨਹੀਂ ਆਇਆ ਕਿਉਂਕਿ ਅਸੀਂ ਪਰਸੋਂ ਹੀ ਭੇਜੀ ਆ ਚਿੱਠੀ ਉਹਨਾਂ ਨੂੰ। ਹੁਣ ਦੇਖਦੇ ਹਾਂ ਕਦੋਂ 4 ਦਿਨ 'ਚ ਕਦੋਂ ਕੀ ਜਵਾਬ ਦਿੰਦੇ ਆ। ਠੀਕ ਹੈ ਜੀ, ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਤਾਂ ਇਹ ਸੀਗੇ SGPC ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ। ਵੱਖ-ਵੱਖ ਮਸਲਿਆਂ ਦੇ ਉੱਤੇ ਹਰ ਸਵਾਲ ਦਾ ਜਵਾਬ ਦਿੱਤਾ ਔਰ ਕਹਿ ਰਹੇ ਨੇ ਕਿ SGPC ਲਗਾਤਾਰ ਕੋਸ਼ਿਸ਼ ਕਰਦੀ ਹੈ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਔਰ ਬਹੁਤ ਸਾਰੇ ਅਜਿਹੇ ਸਿੱਖਿਅਕ ਅਦਾਰੇ SGPC ਦੇ ਵੱਲੋਂ ਬਣਾਏ ਗਏ ਨੇ ਜਿੱਥੇ ਅੱਜ ਬੱਚੇ ਪੜ੍ਹ ਕੇ ਵੱਡੀਆਂ ਪੋਸਟਾਂ ਦੇ ਉੱਤੇ ਨੌਕਰੀ ਵੀ ਕਰ ਰਹੇ ਨੇ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਜਿੱਥੇ ਵੀ ਦਸਤਾਰ ਦਾ ਮਸਲਾ ਆਏਗਾ SGPC ਉੱਥੇ ਵੀ ਖੜੇਗੀ, ਜਿੱਥੇ ਕਕਾਰਾਂ ਦਾ ਮਸਲਾ ਆਏਗਾ SGPC ਉਸ ਮਸਲੇ ਨੂੰ ਵੀ ਹੱਲ ਕਰਵਾਉਣ ਦੇ ਲਈ ਯਤਨ ਕਰਦੀ ਰਹੇਗੀ। ਫਿਲਹਾਲ ਕੈਮਰਾਮੈਨ ਰਈਸ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ TV, ਹੁਸ਼ਿਆਰਪੁਰ।